ਪਿਆਰੇ ਦੋਸਤੋ, ਫਿਲਾਸਫਰ ਸਟੋਨ ਦੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਵਰਲਡ ਹਿਸਟਰੀ ਦੇ ਵਿੱਚੋਂ ਸਭ ਤੋਂ ਮਹਾਨ ਆਦਮੀ ਦੀ ਗੱਲ ਕੁਝ ਮਿੰਟਾਂ ਦੇ ਵਿੱਚ ਕਰਾਂਗੇ। ਇਹ ਸਭ ਤੋਂ ਮਹਾਨ ਆਦਮੀ ਅਰਬ ਦੇ ਵਿੱਚ 570 ਈਸਵੀ ਦੇ ਵਿੱਚ ਪੈਦਾ ਹੋਇਆ ਔਰ ਇਸ ਨੇ ਕੁੱਲ 18-19 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਐਸੀ ਇੱਕ ਕ੍ਰਾਂਤੀ ਲਿਆਂਦੀ, ਇੱਕ ਐਸਾ ਇਨਕਲਾਬ ਲਿਆਂਦਾ ਜਿਹਦਾ ਜਿਹਦੀ ਦੂਜੀ ਮਿਸਾਲ ਸਾਨੂੰ ਹਿਊਮਨ ਹਿਸਟਰੀ ਦੇ ਵਿੱਚ ਦੂਜੀ ਨਹੀਂ ਮਿਲਦੀ। ਦੋਸਤੋ, ਹਜ਼ਰਤ ਮੁਹੰਮਦ ਸਾਹਿਬ ਜਿਹੜੇ ਕਿ ਇਸਲਾਮ ਦੇ ਆਖਰੀ ਪੈਗੰਬਰ ਮੰਨੇ ਜਾਂਦੇ ਨੇ, ਇਹਨਾਂ ਦਾ ਜਨਮ ਮੱਕੇ ਦੇ ਵਿੱਚ ਹੋਇਆ ਸੀ ਔਰ ਹਾਲਾਂਕਿ ਇਹਨਾਂ ਦਾ ਮੁੱਢਲਾ ਜੀਵਨ ਬੜਾ ਹੀ ਦੁਖਦਾਈ ਅਤੇ ਕਸ਼ਟ ਭਰਿਆ ਰਿਹਾ। ਇਹਨਾਂ ਦੇ ਮਾਤਾ ਪਿਤਾ ਜਿਹੜੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਛੱਡ ਗਏ। ਇਹ ਆਪਣੇ ਮਾਂ-ਬਾਪ ਦੀ ਇਕੱਲੀ ਔਲਾਦ ਸਨ ਔਰ ਪਿਤਾ ਨੇ ਤਾਂ ਇਹਨਾਂ ਨੂੰ ਦੇਖਿਆ ਵੀ ਨਹੀਂ। ਪਿਤਾ ਦੀ ਮੌਤ ਜਿਹੜੀ ਹੈ ਉਹ ਇਹਨਾਂ ਦੇ ਜਨਮ ਤੋਂ ਪਹਿਲਾਂ ਹੀ ਹੋ ਗਈ ਸੀ ਔਰ ਇਹਨਾਂ ਦੀ ਜਿਹੜੀ ਮਾਤਾ ਹੈ ਉਹਦੀ ਵੀ ਮੌਤ ਬਹੁਤ ਦੇਰ ਤੱਕ ਨਹੀਂ ਇਹ ਜਿੰਦਾ ਰਹੇ। ਉਹਨਾਂ ਨੂੰ ਇੰਨੀ ਖੁਸ਼ਕਿਸਮਤੀ ਨਹੀਂ ਮਿਲੀ ਕਿ ਉਹ ਆਪਣੇ ਇਸ ਹੋਣਹਾਰ ਦੁਨੀਆ ਦੇ ਵਿੱਚ ਜਿਹਨੇ ਕਿ ਬਹੁਤ ਵੱਡਾ ਇੱਕ ਨਾਮ ਕਮਾਉਣਾ ਸੀ ਉਹਦੀਆਂ ਪ੍ਰਾਪਤੀਆਂ ਨੂੰ ਦੇਖ ਸਕਦੇ। ਮਾਤਾ ਵੀ ਜਿਹੜੀ ਹੈ ਬਹੁਤ ਛੇਤੀ ਵਿਛੜ ਗਈ ਔਰ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਇਹਨਾਂ ਦੇ ਚਾਚੇ ਅਬੂ ਤਾਲਬ ਨੇ ਕੀਤਾ। ਹੁਣ ਦੇਖੋ, ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਇਹਨਾਂ ਦਾ ਪਾਲਣ ਪੋਸ਼ਣ ਹੋਇਆ। ਇਹ ਕੋਈ ਬਹੁਤ ਵਿੱਦਿਆ ਪ੍ਰਾਪਤ ਨਹੀਂ ਕੀਤੀ। ਇਹ ਇੱਥੋਂ ਤੱਕ ਕਿ ਲਿਖਣਾ ਪੜ੍ਹਨਾ ਵੀ ਨਹੀਂ ਜਾਣਦੇ ਸਨ। ਹਾਲਾਤ ਹੀ ਨਹੀਂ ਸਨ ਘਰ ਦੇ ਵਿੱਚ, ਕਿਉਂਕਿ ਚਾਚੇ ਨੇ ਪਾਲਿਆ ਸੀ। ਪਰੰਤੂ ਇਹਨਾਂ ਨੂੰ 613 ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਅੱਲਾ ਨੇ ਇਹਨਾਂ ਦੇ ਜ਼ਿੰਮੇ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ ਔਰ ਇਹਨਾਂ ਨੇ ਆਪਣੇ ਆਪ ਨੂੰ ਪੈਗੰਬਰ ਦੇ ਤੌਰ 'ਤੇ ਪੇਸ਼ ਕੀਤਾ। ਜਦੋਂ ਪੈਗੰਬਰ ਦੇ ਤੌਰ 'ਤੇ ਪੇਸ਼ ਕੀਤਾ ਤਾਂ ਮੱਕੇ ਦੇ ਵਿੱਚ ਇਹਨਾਂ ਦੇ ਆਪਣੇ ਹੀ ਖਾਨਦਾਨ ਦੇ ਲੋਕਾਂ ਨੇ ਨਾ ਤਾਂ ਇਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਔਰ ਉਲਟਾ ਇਹਨਾਂ ਵਾਸਤੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਕੀਤੀਆਂ। ਇਹਨਾਂ ਦਾ ਜਿਹੜਾ ਸ਼ਰੀਕਾ ਭਾਈਚਾਰਾ ਸੀ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਇਹਨਾਂ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਇਹਨਾਂ ਨੇ ਜਿਹੜਾ ਬੀੜਾ ਚੁੱਕਿਆ ਸੀ ਕਿ ਇੱਕ ਅੱਲਾ ਦੀ ਪੂਜਾ ਕਰੋ ਅਤੇ ਉਸ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਨਾ ਮੰਨੋ, ਇੱਕ ਬਹੁਤ ਹੀ ਇਨਕਲਾਬੀ ਨਾਅਰਾ ਸੀ। ਇਨਕਲਾਬੀ ਨਾਅਰਾ ਕਿਉਂ ਸੀ? ਇਸਲਾਮੀ ਇਤਿਹਾਸ ਕਹਿੰਦਾ ਕਿ ਉਸ ਵੇਲੇ ਮੱਕੇ ਦੇ ਵਿੱਚ ਜਿਹੜਾ ਕਾਬਾ ਸੀ ਉਹਦੇ 'ਚ 360 ਬੁੱਤ ਲੱਗੇ ਹੋਏ ਸੀ। ਜਿਹੜੀ ਅਰਬ ਦੀ ਸੁਸਾਇਟੀ ਸੀ ਉਸ ਵੇਲੇ ਦੀ, ਉਹ ਪੋਲੀਥੀਸਟਿਕ ਸੀ। ਉਹ ਕਿਸੇ ਇੱਕ ਰੱਬ ਨੂੰ ਨਹੀਂ ਸਨ ਮੰਨਦੇ। ਹਰ ਕਬੀਲੇ ਦੇ, ਹਰ ਖਾਨਦਾਨ ਦੇ ਅਲੱਗ-ਅਲੱਗ ਦੇਵੀ ਦੇਵਤੇ ਸਨ, ਜਿਸ ਕਰਕੇ ਸਮਾਜ ਜਿਹੜਾ ਹੈ ਉਹ ਵੰਡਿਆ ਹੋਇਆ ਸੀ। ਮੁਹੰਮਦ ਸਾਹਿਬ ਦਾ ਜਨਮ ਜਿਸ ਵੇਲੇ ਅਰਬ ਦੇ ਵਿੱਚ ਹੋਇਆ, ਅਰਬਾਂ ਦੀ ਹਾਲਤ ਬਹੁਤ ਹੀ ਗਿਰੀ ਹੋਈ ਸੀ। ਉਹਨਾਂ ਦੀ ਜਿਹੜੀ ਜਾਹਲੀਅਤ ਹੈ ਉਹਨਾਂ ਦੀ ਸਾਰੇ ਸੰਸਾਰ ਦੇ ਵਿੱਚ ਮਸ਼ਹੂਰ ਰਹੀ ਹੈ ਕਿ ਉਹ ਜਿਵੇਂ ਕਹਿੰਦੇ ਨਾ ਅਨਪੜ੍ਹ ਗਵਾਰ ਸਨ ਔਰ ਇੰਨੇ ਬਦਲਾਖੋਰੂ ਸਨ, ਇੰਨੇ ਵੈਰ ਵਿਰੋਧ ਰੱਖਣ ਵਾਲੇ ਸਨ ਕਿ ਉਹਨਾਂ ਦੇ ਜਿਹੜੇ ਵੈਰ ਸਨ, ਦੁਸ਼ਮਣੀਆਂ ਸਨ, ਉਹ ਕਈ
ਸਾਲਾਂ ਤੱਕ ਔਰ ਕਈ ਪੀੜ੍ਹੀਆਂ ਤੱਕ ਉਹ ਆਪਣੇ ਖੂਨੀ ਸੰਘਰਸ਼ ਉਹਨਾਂ ਦੇ ਵਿੱਚ ਆਪਸ 'ਚ ਹੀ ਹੁੰਦੇ ਰਹਿੰਦੇ ਸੀ। ਇਹੋ ਜਿਹਾ ਮਾਹੌਲ ਸੀ। ਔਰ ਚਰਿੱਤਰ ਦੇ ਪੱਖ ਤੋਂ ਸ਼ਰਾਬ ਦਾ ਬੜਾ ਬੋਲਬਾਲਾ ਸੀ ਉਸ ਸਮਾਜ ਦੇ ਵਿੱਚ। ਹੋਰ ਅਨੇਕਾਂ ਹੀ ਬੁਰਾਈਆਂ ਉਸ ਸਮਾਜ ਦੇ ਵਿੱਚ ਸਨ। ਇਹੋ ਜਿਹੇ ਵਿਗੜੇ ਹੋਏ ਸਮਾਜ ਨੂੰ ਸੰਭਾਲਣਾ ਔਰ 360 ਦੇਵੀ ਦੇਵਤਿਆਂ ਵਾਲੇ ਸਮਾਜ ਨੂੰ ਇੱਕ ਅੱਲਾ ਦੇ ਨਾਲ ਲਾਣਾ, ਇਹ ਇੱਕ ਐਸਾ ਕੰਮ ਸੀ ਜਿਹਦੀ ਕਿ ਕਲਪਨਾ ਵੀ ਨਹੀਂ ਸੀ ਹੋ ਸਕਦੀ। ਔਰ ਮੁਹੰਮਦ ਸਾਹਿਬ ਨੇ ਇਹ ਮਿਸ਼ਨ ਜਿਹੜਾ ਹੈ ਇਹ ਉਠਾਇਆ ਔਰ ਇਹਦੇ ਵਿੱਚ ਸਿਰਫ 17-18 ਸਾਲ ਦੇ ਵਿੱਚ ਇੰਨੀ ਜ਼ਬਰਦਸਤ ਕਾਮਯਾਬੀ ਮਿਲੀ ਕਿ ਜਿਹਦੀ ਦੂਜੀ ਮਿਸਾਲ ਦੁਨੀਆ ਦੇ ਵਿੱਚ ਨਹੀਂ ਮਿਲਦੀ। ਮੁਹੰਮਦ ਸਾਹਿਬ ਨੇ ਜਿਹੜਾ ਕਾਰਨਾਮਾ ਕੀਤਾ ਉਹ ਇੰਨਾ ਮਹਾਨ ਹੈ ਕਿ ਉਸ ਵੇਲੇ ਦੀਆਂ ਦੋ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ, ਜਿਨ੍ਹਾਂ ਨੂੰ ਵਰਲਡ ਪਾਵਰ ਅਸੀਂ ਕਹਿ ਸਕਦੇ ਹਾਂ ਉਸ ਵੇਲੇ ਦੀਆਂ, ਰੋਮ ਅਤੇ ਈਰਾਨ, ਉਹਨਾਂ ਨੇ ਇਹਨਾਂ ਦੇ ਅੱਗੇ, ਮੁਸਲਮਾਨਾਂ ਦੇ ਅੱਗੇ ਕੁਝ ਹੀ ਸਾਲਾਂ ਦੇ ਵਿੱਚ ਗੋਡੇ ਟੇਕ ਦਿੱਤੇ ਸੀ। ਔਰ ਇਹ ਕਰਾਮਾਤ ਜਿਹੜੀ ਹੈ ਸਭ ਤੋਂ ਵੱਡੀ ਇਹ ਕਰਾਮਾਤ ਹੈ ਜਿਹੜੀ ਪੈਗੰਬਰ ਮੁਹੰਮਦ ਨੇ ਕੀਤੀ। ਔਰ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕੋ ਇੱਕ ਮਿਸਾਲ ਹੈ। ਪੈਗੰਬਰ ਬੜੇ ਹੋਏ ਨੇ ਦੁਨੀਆ ਦੇ ਵਿੱਚ, ਗੁਰੂ ਅਵਤਾਰ ਹੋਰ ਅਨੇਕਾਂ ਹੋਏ ਨੇ। ਜੇ ਅਸੀਂ ਗੱਲ ਕਰੀਏ ਇਤਿਹਾਸਕ ਤੌਰ 'ਤੇ ਤਾਂ ਇਤਿਹਾਸਕਾਰ ਜਿਹੜੇ ਨੇ, ਈਵਨ ਕਿ ਯਸੂ ਮਸੀਹ ਜਿਹੜਾ ਕਿ ਮੁਹੰਮਦ ਸਾਹਿਬ ਤੋਂ ਲਗਭਗ 550 ਸਾਲ ਪਹਿਲਾਂ ਹੋਇਆ ਸੀ, ਉਹਦੀ ਫਿਜ਼ੀਕਲ ਐਗਜ਼ਿਸਟੈਂਸ ਔਰ ਹਿਸਟੋਰੀਕਲ ਐਗਜ਼ਿਸਟੈਂਸ ਦੇ ਉੱਤੇ ਸਵਾਲੀਆ ਨਿਸ਼ਾਨ ਥੋੜ੍ਹਾ ਜਾਂ ਬਹੁਤਾ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਉਸ ਦਾ ਕਾਰਨ ਇਹ ਹੈ ਕਿ ਯਸੂ ਮਸੀਹ ਦਾ ਜ਼ਿਕਰ ਜਿਹੜੀਆਂ ਨਿਊ ਟੈਸਟਾਮੈਂਟ ਦੀਆਂ ਕਿਤਾਬਾਂ ਵਿੱਚ ਹੋਇਆ ਹੈ, ਉਹ ਤਾਂ ਉਹਨਾਂ ਦੇ ਜੋ ਮੰਨਦੇ ਨੇ ਕ੍ਰਿਸਚਨ ਜਗਤ, ਉਹਨਾਂ ਤੋਂ 60-70 ਸਾਲ ਬਾਅਦ ਉਹ ਕਿਤਾਬਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ। ਪਰੰਤੂ ਜੇ ਅਸੀਂ ਕੰਟੈਂਪਰੇਰੀ ਸਾਹਿਤ ਵੇਖੀਏ ਜਿਹੜਾ ਯੂਨਾਨੀਆਂ ਨੇ ਲਿਖਿਆ ਜਾਂ ਰੋਮਨਾਂ ਨੇ ਲਿਖਿਆ, ਤੇ ਸਾਨੂੰ ਹੈਰਾਨੀ ਹੁੰਦੀ ਹੈ ਕਿ ਜਿਹੜੇ ਯਸੂ ਦੇ ਟਾਈਮ ਪੀਰੀਅਡ ਦੇ ਵਿੱਚ, ਉਹਦੀ ਲਾਈਫ ਪੀਰੀਅਡ ਦੇ ਵਿੱਚ ਜਿਹੜਾ ਸਾਹਿਤ ਲਿਖਿਆ ਗਿਆ, ਉਹਦੇ ਵਿੱਚ ਕਿਤੇ ਵੀ ਸਾਨੂੰ ਹਵਾਲਾ ਜਿਹੜਾ ਜੀਸਸ ਕ੍ਰਾਈਸਟ ਦਾ ਨਹੀਂ ਮਿਲਦਾ। ਇਸ ਕਰਕੇ ਕੁਝ ਲੋਕਾਂ ਨੂੰ ਇਸ ਤਰ੍ਹਾਂ ਦਾ ਸ਼ੱਕ ਪੈਂਦਾ ਕਿ ਕੀ ਇਹ ਵਿਅਕਤੀ ਕੋਈ ਹੋਇਆ ਵੀ ਹੈ। ਇਸੇ ਤਰੀਕੇ ਨਾਲ ਇਸ ਤੋਂ ਪਹਿਲਾਂ, ਜੇ ਜੀਸਸ ਕ੍ਰਾਈਸਟ ਤੋਂ ਪਹਿਲਾਂ ਮੰਨੀਏ, ਸੈਮਿਟਿਕ ਟ੍ਰੈਡੀਸ਼ਨ ਜਿਹੜੀ ਹੈ, ਉਹਦੇ ਵਿੱਚ ਸਭ ਤੋਂ ਵੱਡਾ ਨਾਂ ਜਿਹੜਾ ਪੈਗੰਬਰ ਦੇ ਤੌਰ 'ਤੇ ਉਹ ਹਜ਼ਰਤ ਮੂਸਾ ਦਾ ਆਉਂਦਾ ਹੈ। ਹਜ਼ਰਤ ਮੂਸਾ ਕਿੰਨਾ ਵੱਡਾ ਪੈਗੰਬਰ ਸੀ ਕਿ ਕੁਰਾਨ ਦੇ ਵਿੱਚ ਜੇਕਰ ਕਿਸੇ ਇੱਕ ਬੰਦੇ ਦੇ ਸਭ ਤੋਂ ਜ਼ਿਆਦਾ ਰੈਫਰੈਂਸ ਆਏ ਨੇ ਤਾਂ ਉਹ ਹਜ਼ਰਤ ਮੂਸਾ ਦੇ ਆਏ ਨੇ। ਔਰ ਇੰਨਾ ਇੰਪੋਰਟੈਂਟ ਜਿਹੜਾ ਪੈਗੰਬਰ ਹੈ, ਬੇਸ਼ੱਕ ਕੁਰਾਨ ਦੇ ਵਿੱਚ ਵੀ ਉਹਦਾ ਜ਼ਿਕਰ ਹੋਇਆ, ਬੇਸ਼ੱਕ ਬਾਈਬਲ ਦੇ ਵਿੱਚ ਵੀ ਜ਼ਿਕਰ ਆਇਆ, ਸੈਮਿਟਿਕ ਟ੍ਰੈਡੀਸ਼ਨ ਸਾਰੀ ਜਿਹੜੀ ਹੈ ਉਹਦਾ ਬਹੁਤ ਆਦਰ ਕਰਦੀ ਹੈ। ਪਰੰਤੂ ਹਿਸਟੋਰੀਕਲੀ, ਅਕੈਡਮਿਕਲੀ ਜਦੋਂ ਲੋਕ ਉਹਦੇ ਬਾਰੇ ਪੜ੍ਹਨ ਦੀ ਜਾਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉੱਥੇ ਵੀ ਉਹੀ ਸੇਮ ਸਮੱਸਿਆ ਆਉਂਦੀ ਹੈ ਕਿ ਮੂਸਾ ਦੇ ਬਾਰੇ ਸਿਵਾਏ ਬਾਈਬਲ ਦੇ ਸਾਨੂੰ ਪੁਰਾਣੇ ਰੈਫਰੈਂਸ ਹੋਰ ਕਿਤੋਂ ਮਿਲ ਨਹੀਂ ਰਹੇ। ਲਗਭਗ ਉਹਦਾ ਸਮਾਂ 3200-3300 ਸਾਲ ਪਹਿਲਾਂ ਬਣਦਾ। ਉਸ ਵੇਲੇ ਦੀ ਹੋਰ ਕੋਈ ਲਿਖਤ ਸਿਵਾਏ ਮਤਲਬ ਸਾਨੂੰ ਬਾਈਬਲ ਤੋਂ ਜਾਂ ਜਿਹੜੀਆਂ ਬਾਈਬਲ ਨਾਲ ਰਿਲੇਟਡ ਕਿਤਾਬਾਂ ਨੇ ਉਹਨਾਂ ਤੋਂ ਇਲਾਵਾ ਸਾਨੂੰ ਉਹਦਾ ਰੈਫਰੈਂਸ ਨਹੀਂ ਮਿਲਦਾ। ਤਾਂ ਇੱਕ ਸ਼ੱਕ ਪੈਦਾ ਹੁੰਦਾ ਹੈ ਕਿ ਕੀ ਉਹ ਇਤਿਹਾਸਕ ਵਿਅਕਤੀ ਰਿਹਾ। ਪਰੰਤੂ ਮੁਹੰਮਦ ਸਾਹਿਬ ਦੇ ਬਾਰੇ ਇਤਿਹਾਸਕਾਰਾਂ ਨੂੰ ਕਦੇ ਵੀ ਇਸ ਤਰ੍ਹਾਂ ਦਾ ਸ਼ੰਕਾ ਨਹੀਂ ਹੋ ਸਕਦਾ, ਕਿਉਂਕਿ ਬੜੇ ਵੱਡੇ ਹਵਾਲੇ ਨੇ, ਬੜਾ ਉਹਨਾਂ ਦਾ ਵੇਰਵਾ ਇਤਿਹਾਸ ਦੇ ਵਿੱਚ ਇੰਨਾ ਜ਼ਿਆਦਾ ਹੈ ਕਿ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ। ਇਹਨਾਂ ਦੇ ਬਾਰੇ ਕੋਈ ਇਸ ਤਰ੍ਹਾਂ ਦਾ ਕਿੰਤੂ ਪਰੰਤੂ ਹੋ ਨਹੀਂ ਸਕਦਾ। ਇਹ ਆਪਣੀ ਸਮੇਂ ਦੇ ਵਿੱਚ ਸਭ ਤੋਂ, ਵੇਖੋ ਹੋਰ ਪੈਗੰਬਰ ਹੋਏ ਨੇ,
ਉਹਨਾਂ ਦੇ ਚੇਲੇ ਬਾਅਦ ਵਿੱਚ ਸਫਲ ਹੋਏ ਹੋਣਗੇ। ਜਿਵੇਂ ਕ੍ਰਿਸਚੈਨਿਟੀ ਹੈ ਤਾਂ ਢੇਰ ਸਾਲਾਂ ਬਾਅਦ, ਮਤਲਬ ਲਗਭਗ 300 ਸਾਲ ਤੱਕ ਕ੍ਰਿਸਚੈਨਿਟੀ ਦੀ ਗਿਣਤੀ ਜਿਹੜੀ ਹੈ ਨਾ, ਕ੍ਰਿਸਚੀਅਨਸ ਦੀ, ਉਹ ਬੜੀ ਘੱਟ ਰਹੀ ਹੈ। ਇਹ ਤਾਂ ਕੌਂਸਟੈਂਟਾਈਨ ਦੇ ਟਾਈਮ ਦੇ ਉੱਤੇ ਜਾ ਕੇ ਜਿਹੜੀ ਇਹਨਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਹੈ। ਪਰੰਤੂ ਜੇ ਤੁਸੀਂ ਹੋਰ ਬਹੁਤ ਸਾਰੇ ਹੋਰ ਤੁਸੀਂ ਕੰਪੇਅਰ ਕਰ ਸਕਦੇ ਹੋ ਕਿ ਹੋਰ ਕਿਸੇ ਵੀ ਪੈਗੰਬਰ ਨੂੰ, ਕਿਸੇ ਵੀ ਅਵਤਾਰ ਨੂੰ, ਕਿਸੇ ਵੀ ਗੁਰੂ ਨੂੰ ਆਪਣੇ ਜੀਵਨ ਦੇ ਵਿੱਚ ਇੰਨੀ ਵੱਡੀ ਸਫਲਤਾ ਨਹੀਂ ਮਿਲੀ। ਉਹਨਾਂ ਨੇ, ਮੁਹੰਮਦ ਸਾਹਿਬ ਨੇ ਸਿਰਫ 17-18 ਸਾਲ ਦੇ ਵਿੱਚ ਅਰਬਾਂ ਦੀ ਕਿਸਮਤ ਬਦਲ ਦਿੱਤੀ। ਅਰਬਾਂ ਨੂੰ ਇੱਕ ਕਰਤਾ ਇੱਕ ਅੱਲਾ ਦੇ ਝੰਡੇ ਦੇ ਥੱਲੇ ਇਕੱਠਾ ਕਰਕੇ ਦੁਨੀਆ ਦੇ ਜਿਸ ਰਸਤੇ 'ਤੇ ਤੋਰਿਆ, ਉਹ ਜਿੱਤਾਂ ਦਾ ਰਸਤਾ ਸੀ। ਉੱਧਰ ਫਿਰ ਜਿੱਧਰ ਵੀ ਇਸਲਾਮਿਕ ਯੋਧੇ ਵੱਧਦੇ ਸਨ, ਦੁਨੀਆ ਦੇ ਸਾਹਮਣੇ ਕੋਈ ਆਪਸ਼ਨ ਨਹੀਂ ਸੀ ਰਹਿ ਜਾਂਦੀ। ਤਾਂ ਇਹ ਇੱਕ ਮਹਾਨ ਇਨਕਲਾਬ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਨੇ ਕੀਤਾ, ਇਹ ਦੁਨੀਆ ਦੇ ਸਭ ਤੋਂ ਸਫਲ, ਸਭ ਤੋਂ ਮਹਾਨ ਪੈਗੰਬਰਾਂ 'ਚੋਂ ਪੈਗੰਬਰ ਮੁਹੰਮਦ ਸਾਹਿਬ ਦੇ ਬਾਰੇ ਸੰਖੇਪ ਜਾਣਕਾਰੀ ਹੈ। ਥੈਂਕ ਯੂ।